इस करके आओ जो सतगुरु पातशाह की पावन पवित्र बाणी की चल रही है विचार सिद्ध गोष्ठ धन श्री गुरु नानक देव साहब जी महाराज उन्हां दे नाल सिद्धां दे सवाल जवाब चल रहे हैं। अगे आरंभ करिए। तकरीबन अज उन्हां ने आपदा जिहड़ा ज्ञान है उन्हां कोले अखीर तक दे सवाल पुछ के उस तो बाद कोई सवाल नहीं रह जाना उन्हां दा ते बहुत गहराई जाके सिद्धा ने प्रश्न करने है। हुण समझा रहे हैं सतगुरु पातशाह बाणी अंदर कि सानू उन्हां ने फिर अखीर ते किहड़े किहड़े प्रश्न कीते। उन्हां ने पुछना कीता जा ए हिरदा देह न होती तो मन कहते रहता। है गुरु नानक सानू इस गल बारे समझाओ कि जदों इंसान दी ये देह ही नहीं सी, शरीर ही नहीं सी, ना इहदे अंदर कोई हिरदा सी, दिल सी, उदों ये मन कित्थे रहिंदा सी। नाभ कमल अस्तंभ न होतो तो पवन कवन घर सहता। जिहड़ा तुसीं समझा रहे हो कि नाभि दे उपर पाउण दी गंढ दित्ती हुई आ, आसरा दिता होया, जदों ये शरीर ही है नहीं सी उदों ना नाभ कमल सी, उदों फिर आ जिहड़ी पाउण है इहनूं किहदा आसरा सी। तीसरा प्रश्न कर रहे हैं, कहते रूप न होतो रेख न काई ता शब्द कहाँ लिवलाई। जदों इंसान का कोई शरीर ही नहीं सी, रूप ही नहीं सी, ते उदों इंसान कित्थे लिवलाउंदा सी आपदी। ते अगे समझा रहे हैं, कहते रखत बिंद की मड़ी ना होती मित कीमत नहीं पाई। जदों इंसान का शरीर ही है नहीं सी, रकत और बिंद द्वारा जो ये देह मढ़ी गई है, बनाई गई है, उदों मर्यादा नूं कौन जानदा सी। अगे प्रश्न कर रहे हैं, कहंदे वर्ण भेख असरूप न जाती क्यों कर जापस साचा। जदों चार वर्ण नहीं सी, भेख नहीं सी, इत्थे कुछ भी नहीं सी, उन्हों परमात्मा नूं कोई जपदा ही नहीं सी, तां उस सच्चे प्रभु नूं किस तरह जाणिया जांदा सी। नानक नाम रते बैरागी इब तब साचो सच्चा। ए बैरागी नानक इस लोक अते परलोक विच जो सच्चा प्रभु है, ਜਿਹੜੇ ਤੁਸੀਂ ਕਹਿੰਦੇ ਹੋ ਕਿ ਗੁਰਮੁਖ ਉਹਦੇ ਨਾਮ ਚ ਰਤੇ ਜਾਂਦੇ ਆ, ਤੇ ਉਹਨਾਂ ਨੂੰ ਕਿਹੜੇ ਫਲ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਇਨਸਾਨ ਕਰਮ ਤਾਂ ਹੀ ਕੋਈ ਕਰਦਾ ਕਿਸੇ ਨਾ ਕਿਸੇ ਫਲ ਦੀ ਇੱਛਾ ਲੈ ਕੇ। ਸੰਸਾਰ ਦਾ ਆਪਾਂ ਕਰਮ ਕਰਦੇ ਆ, ਉਹ ਤੋਂ ਸਾਨੂੰ ਸੰਸਾਰ ਦਾ ਧਨ ਪ੍ਰਾਪਤ ਹੁੰਦਾ, ਫਲ ਦੀ ਪ੍ਰਾਪਤੀ ਹੁੰਦੀ ਹੈ। ਧਰਮ ਦੇ ਕਰਮ ਆਪਾਂ ਕਰਦੇ ਹਾਂ, ਇਹਦੇ ਤੇ ਸਾਡੀ ਆਸ ਰੱਖੀ ਹੁੰਦੀ ਆ ਕਿ ਸਾਨੂੰ ਸੁੱਖ ਮਿਲੇ, ਪਰਮਾਤਮਾ ਦੀ ਸਾਡੇ ਤੇ ਨਜ਼ਰ ਹੋਵੇ। ਉਹ ਕਹਿੰਦੇ ਜੀ ਜਿਹੜੇ ਫਿਰ ਉਸ ਮਾਲਿਕ ਦੇ ਅੰਦਰ ਰਤੇ ਜਾਂਦੇ ਇਨਸਾਨ, ਉਹਨਾਂ ਨੂੰ ਕਿਹੜੇ ਫਲ ਦੀ ਪ੍ਰਾਪਤੀ ਹੁੰਦੀ ਹੈ। ਇਹ 6 ਪ੍ਰਸ਼ਨ ਸਿੱਧ ਨੇ ਆ ਕੇ ਬਹੁਤ ਗਹਿਰਾਈ ਵਾਲੇ पातशाह गुरु नानक देव साहब महाराज अगे करे। हुण सतगुरु पातशाह इन्हां दा जवाब दे रहे हैं, कहंदे हिरदा देह ना होती उदू ता मन सुन रहे बैरागी। कि जदों ये देह नहीं सी इंसान दी, हिरदा नहीं सी, उदों साडा जिहड़ा मन है वो सुन अफुर ब्रह्म दे अंदर ही मिलिया होया सी। क्योंकि साडे जिहड़े मन का असली घर वो है सुन। सतगुर ते पाए विचारा सुन समाद सच्चे घर वारा
ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੈ ਨਾਮ ਸਮਾਇਂਦਾ। ਉਦੋਂ ਇਹ ਸਾਡਾ ਮਨ ਉਸ ਅਫੁਰ ਬ੍ਰਹਮ ਦੇ ਅੰਦਰ ਹੀ ਲੀਨ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾ ਰਹੇ ਆ, ਕਿਉਂਕਿ ਜਦੋਂ ਫਿਰ ਸਾਨੂੰ ਦੇਹ ਦੇ ਅੰਦਰ ਭੇਜਣਾ ਹੁੰਦਾ, ਰਕਤ ਔਰ ਬਿੰਦ ਦੁਆਰਾ ਮਾਤਾ ਪਿਤਾ ਦੇ ਸੰਜੋਗ ਦੁਆਰਾ ਸਾਡੀ ਇਹ ਦੇਹ ਤਿਆਰ ਹੁੰਦੀ ਹੈ। ਮਾਤ ਪਿਤਾ ਸੰਜੋਗ ਅਪਾਏ ਰਕਤ ਬਿੰਦ ਮਿਲ ਪਿੰਡ ਕਰੇ, ਤੇ ਇਹਦੇ ਅੰਦਰ ਮਾਲਕ ਫਿਰ ਆਪਦੀ ਅੰਸ਼ ਨੂੰ ਭੇਜਦਾ। ਤੇ ਜਿੰਨਾ ਚਿਰ ਨਹੀਂ ਦੇ ਸੀ ਉਨਾ ਚਿਰ ਮਹਾਰਾਜ ਜੀ ਕਹਿੰਦੇ ਉਸ ਅਫੁਰ ਬ੍ਰਹਮ ਸੁਨ ਦੇ ਅੰਦਰ ਹੀ ਸਾਡਾ ਮਨ ਰਹਿੰਦਾ ਸੀ। ਦੂਸਰਾ ਸਮਝਾ ਰਹੇ, ਉਹਨਾਂ ਨੇ ਪੁੱਛਿਆ ਕਿ ਨਾਭ ਕਮਲ ਜਦੋਂ ਦੇਈ ਨਹੀਂ ਸੀ ਉਦੋਂ ਪਾਉਣ ਨੂੰ ਕਾਹਦਾ ਆਸਰਾ? ਮਹਾਰਾਜ ਜੀ ਕਹਿੰਦੇ ਨਾਭ ਕਮਲ ਅਸੰਭ ਨਾ ਹੋਤੋ ਤਾਂ ਨਿਜ ਕਰ ਵਸੈ ਪਵਨ ਅਨਰਾਗੀ। ਜਦੋਂ ਸਾਡੀ ਇਹ ਦੇਹ ਹੈ ਨਹੀਂ ਸੀ, ਨਾ ਦੇਹ ਸੀ ਨਾ ਨਾਭੀ ਸੀ, ਕਮਲ ਸੀ, ਉਦੋਂ ਜਿਹੜੀ ਪਾਉਣਾ ਉਹ ਵੀ ਸੁੰਨ ਦੇ ਅੰਦਰ ਹੀ ਸਮਾਈ ਹੋਈ ਸੀ। ਕਿਉਂਕਿ ਆ ਜਿਹੜਾ ਆਪਾਂ ਖਾਲੀ ਖਲਾ ਵੇਖ ਰਹੇ ਹਾਂ, ਇਹਨੂੰ ਸੁੰਨ ਦਾ ਨਾਮ ਦਿੱਤਾ ਗਿਆ ਗੁਰਬਾਣੀ 'ਚ। ਤੇ ਜਿਹੜੀ ਪੌਣ ਉਹਦਾ ਵਾਸਾ ਸੁੰਨ ਦੇ ਅੰਦਰ ਕੀਤਾ ਹੋਇਆ। ਪਵਨ ਕਾ ਵਾਸਾ ਸੁਨਨ ਵਾਸਾ ਅਕਲ ਕਲਾ ਧਰ ਸੋਈ। ਜਿਹੜੇ ਸਾਡੇ ਪ੍ਰਾਣ ਆ ਰਹੇ ਆ, ਸਵਾਸ ਆ ਰਹੇ ਆ, ਉਹ ਸੁੰਨ ਦੇ ਵਿੱਚੋਂ ਹੀ ਸਾਨੂੰ ਦਿੱਤੇ ਜਾ ਰਹੇ ਆ ਤੇ ਇਹਦੇ ਅੰਦਰ ਹੀ ਸਮਾ ਰਹੇ ਆ। ਤੇ ਜਦੋਂ ਦੇ ਹੀ ਨਹੀਂ ਸੀ, ਮਹਾਰਾਜ ਜੀ ਕਹਿੰਦੇ ਉਦੋਂ ਪਾਉਣ ਵੀ ਉਹ ਅਫੁਰ ਸੁੰਨ ਅਵਸਥਾ ਵਿੱਚ ਹੀ ਉਸ ਮਾਲਕ ਦੇ ਵਿੱਚ ਸਮਾਈ ਹੋਈ ਸੀ। ਕਿਉਂਕਿ ਜਦੋਂ ਉਹਨੇ ਖੇਡ ਆਰੰਭ ਸ਼ੁਰੂ ਕੀਤਾ ਉਦੋਂ ਉਹਦੇ ਮੁਖ ਚੋਂ ਪੌਣ ਵਗਣੀ ਸ਼ੁਰੂ ਹੋਈ। ਸਾਚੇ ਤੇ ਪਵਣਾ ਭਿਆ ਪਵਣੇ ਤੇ ਜਲ ਹੋਏ। ਅੱਗੇ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਕਲੀਨ ਰਹਿਤੋ ਸ਼ਬਦ ਸੋ ਸਾਰ। ਜਿਹੜੇ ਤੁਸੀਂ ਬ੍ਰਹਮ ਦੀ ਗੱਲ ਕਰਦੇ ਹੋ, ਸ਼ਬਦ ਦੀ ਗੱਲ ਕਰਦੇ ਹੋ, ਜਦੋਂ ਇੱਥੇ ਕੋਈ ਰੂਪ ਰੇਖ ਹੈ ਹੀ ਨਹੀਂ ਸੀ, ਕੋਈ ਸ੍ਰਿਸ਼ਟੀ ਉਤਪੰਨ ਹੀ ਨਹੀਂ ਸੀ ਕੀਤੀ, ਉਦੋਂ ਮਾਲਕ ਆਪਦੇ ਆਪ 'ਚ ਹੀ ਸਮਾਇਆ ਬੈਠਾ ਸੀ। ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕੋਈ ਕੁਲ ਨਹੀਂ ਸੀ, ਕੋਈ ਵਰਨ ਨਹੀਂ ਸੀ, ਕੋਈ ਜਾਤ ਨਹੀਂ ਸੀ। ਉਦੋਂ ਇਕੱਲਾ ਸੱਚ ਪਰਮਾਤਮਾ ਆਪਣੇ ਆਪ ਦੇ ਅੰਦਰ ਸਮਾਇਆ ਬੈਠਾ ਸੀ। ਤੇ ਜਦੋਂ ਉਹਦਾ ਕਿਤੇ ਦਿਲ ਕੀਤਾ ਫੇਰ ਉਹਨੇ ਖੇਡ ਸ਼ੁਰੂ ਕੀਤਾ। ਨਹੀਂ ਤਾਂ ਆਦ ਸੱਚ ਜੁਗਾਦ ਸੱਚ ਹੈ ਧੀ ਸੱਚ ਨਾਨਕ ਹੋਸੀ ਧੀ ਸੱਚ। ਹੁਣ ਅੱਗੇ ਪਾਤਸ਼ਾਹ ਹੋਰ ਗਹਿਰਾ ਜਵਾਬ ਦੇ ਰਹੇ ਆ, ਕਹਿੰਦੇ ਤੁਸੀਂ ਤਾਂ ਆ ਦੇਹ ਦੀ ਗੱਲ ਕਰਦੇ ਹੋ, ਸਰੀਰਾਂ ਦੀ ਗੱਲ ਕਰਦੇ ਹੋ। ਕਹਿੰਦੇ ਜਦੋਂ ਇੱਥੇ ਗੌਨ ਗਗਨ ਜਬ ਤਬੇ ਨਾ ਹੋਤੋ ਫਿਰ ਭਵਨ ਜੋਤ ਆਪੇ ਨਿਰੰਕਾਰ। ਗੌਨ ਕਹਿੰਦੇ ਨੇ ਧਰਤੀ ਨੂੰ ਤੇ ਗਗਨ ਕਹਿੰਦੇ ਨੇ ਆਕਾਸ਼ ਨੂੰ। ਕਿ ਜਦੋਂ ਇੱਥੇ ਨਾ ਧਰਤੀ ਸੀ, ਨਾ ਆਕਾਸ਼ ਸੀ, ਨਾ ਪਤਾਲ ਸੀ, ਤਿੰਨ ਲੋਕ ਹੀ ਨਹੀਂ ਸੀ, ਉਦੋਂ ਉਹ ਨਿਰੰਕਾਰ ਇਕੱਲਾ ਹੀ ਸਾਰੀ ਜਗ੍ਹਾ ਇੱਥੇ ਸਮਾਇਆ ਹੋਇਆ ਸੀ। ਤੇ ਆ ਸਾਰਾ ਖੇਲ ਧਰਤੀ ਬਣੀ, ਉਹਨੇ ਆਪਦੀ ਦੇਹ ਦੇ ਅੰਦਰ ਬਣਾਈ। ਧਰਤੀ ਬਣਨ ਦੇ ਨਾਲ ਆਕਾਸ਼ ਬਣ ਗਿਆ, ਆਕਾਸ਼ ਬਣਨ ਦੇ ਨਾਲ ਧਰਤੀ ਦੇ ਥੱਲੇ ਆਪਾਂ ਪਤਾਲ ਕਹਿ ਦਿੰਦੇ ਆ। ਜਦੋਂ ਇਹ ਤਿੰਨੇ ਚੀਜ਼ਾਂ ਹੈ ਹੀ ਨਹੀਂ ਸੀ, ਉਦੋਂ ਸਾਰਾ ਆ ਖਾਲੀ ਖਲਾ ਸੀ ਜਿਹੜਾ ਆਪਾਂ ਆਕਾਸ਼ ਵੇਖਦੇ ਹਾਂ। ਇੱਕ ਵਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਸਿੱਖਾਂ ਨੇ ਬੇਨਤੀ ਦੇ ਰੂਪ 'ਚ ਪੁੱਛਿਆ ਸੀ। ਕਹਿੰਦੇ ਮਹਾਰਾਜ ਕਿਰਪਾ ਕਰਕੇ ਸਮਝਾਓ ਕਿ ਅਸੀਂ ਮਾਲਕ ਨੂੰ ਕਿਵੇਂ ਹਰ ਜਗ੍ਹਾ ਆਪਣੇ ਨੇੜੇ ਵੇਖੀਏ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਮਝਾ ਰਹੇ ਸੀ ਕਿ ਜਿਵੇਂ ਆਕਾਸ਼ ਮੰਡਲ ਤੁਸੀਂ ਵੇਖ ਰਹੇ ਹੋ, ਇਹ ਪ੍ਰਮਾਤਮਾ ਦੀ ਦੇਹੀ ਆ। ਬਸ ਇਹਨੂੰ ਹਰ ਸਮੇਂ ਆਪਣੇ ਅੰਗ ਸੰਗ ਸਮਝੋ ਕਿ ਸਾਰਿਆਂ ਤੋਂ ਨੇੜੇ ਸਰੀਰ ਦੇ ਸਾਡੇ ਆ ਖਾਲੀ ਖਲਾ ਸ਼ੁਰੂ ਹੋ ਜਾਂਦਾ। ਇਹੀ ਨਿਰੰਕਾਰ ਦੀ ਦੇਹ ਆ। ਜਿਉਂ-ਜਿਉਂ ਸਾਨੂੰ ਹਲੇ ਇਹਦੇ 'ਚ ਭੇਦ ਨਹੀਂ ਆ ਰਿਹਾ, ਕਿਉਂਕਿ ਮਾਇਆ ਅਤੇ ਬ੍ਰਹਮ ਇਕੱਠੇ ਮਿਲੇ ਹੋਏ ਆ।
ਜਦੋਂ ਫਿਰ ਸਾਡੀ ਹੰਸ ਬਿਰਤੀ ਬਣ ਜਾਂਦੀ ਹੈ, ਜਿਵੇਂ ਹੰਸ ਦੀ ਚੁੰਝ ਦੇ ਅੰਦਰ ਅਕਾਲ ਪੁਰਖ ਨੇ ਇੱਕ ਤਾਕਤ ਬਖਸ਼ੀ ਹੈ, ਉਹਦੇ ਸਾਹਮਣੇ ਕਹਿੰਦੇ ਤੁਸੀਂ ਦੁੱਧ ਪਾ ਕੇ ਰੱਖ ਦਿਓ ਕਿਸੇ ਬਰਤਨ 'ਚ, ਉਹ ਆਪਦੀ ਦ੍ਰਿਸ਼ਟੀ ਦੇ ਨਾਲ ਜਦੋਂ ਚੁੰਝ ਉਹਦੇ 'ਚ ਡੁਬੋਂਦਾ ਦੁੱਧ ਵੱਖ ਕਰ ਦਿੰਦਾ ਤੇ ਪਾਣੀ ਵੱਖ ਕਰ ਦਿੰਦਾ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਮਾਤਮਾ ਦਾ ਭਜਨ ਬੰਦਗੀ ਸਿਮਰਨ ਕਰਦੇ ਹਾਂ, ਹੌਲੀ ਹੌਲੀ ਸਾਨੂੰ ਇਸੇ ਖਾਲੀ ਖਲਾ ਦੇ ਵਿੱਚੋਂ ਮਾਇਆ ਨੂੰ ਪਾਸੇ ਕਰਕੇ ਤੇ ਉਹ ਮਾਲਿਕ ਦੇ ਦਰਸ਼ਨ ਹੋਣੇ ਹੋ ਜਾਂਦੇ ਆ। ਸ਼ੁਰੂ ਅੱਖਾਂ ਖੋਲ ਕੇ, ਨੇਤਰ ਬੰਦ ਕਰਕੇ ਸਰੀਰ ਦੇ ਅੰਦਰੋਂ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਤੇ ਨੇਤਰ ਖੋਲ ਕੇ ਜਦੋਂ ਸਾਨੂੰ ਗੁਰੂ ਸਿਖਾਉਂਦਾ, ਜਿਵੇਂ ਆਪਾਂ ਪੰਜ ਪਿਆਰਿਆਂ ਦੇ ਪੇਸ਼ ਹੋਣੇ ਆ, ਉਹਨਾਂ ਨੇ ਸਾਨੂੰ ਸਿਖਾਉਣਾ ਹੁੰਦਾ ਕਿ ਕਿਵੇਂ ਆ ਖੱਬਾ ਨੇਤਰ ਤੇ ਸੱਜਾ ਸਮ ਕਰਕੇ ਉਸ ਮਾਲਿਕ ਦੇ ਦਰਸ਼ਨ ਤੁਸੀਂ ਕਰਨੇ ਆ, ਜੋ ਨਰੋਲ ਸ਼ੀਸ਼ੇ ਵਰਗਾ ਦੱਸਿਆ ਜਾ ਰਿਹਾ। ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਣ ਮਾਹੇ ਬਦਨ ਪ੍ਰਵਾਨੀ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਸਮਝਾਇਆ ਭਗਤਾਂ ਨੇ ਆਪਾਂ ਨੂੰ ਬਾਣੀ ਦੇ ਅੰਦਰ ਕਿ ਸਾਡਾ ਜਿਹੜਾ ਮਾਲਕ ਹੈ ਉਹ ਸ਼ੀਸ਼ੇ ਵਰਗਾ, ਦਰਪਣ ਮਾਹੇ ਦੇਖ ਮੁਖ ਜੈਸਾ। ਦਰਪਣ ਕਹਿੰਦੇ ਨੇ ਸ਼ੀਸ਼ੇ ਨੂੰ, ਕਹਿੰਦੇ ਜਿਵੇਂ ਸ਼ੀਸ਼ੇ ਦੇ ਅੰਦਰ ਸਾਡਾ ਮੁਖ ਦੀਂਦਾ, ਉਹ ਸ਼ੀਸ਼ੇ ਵਰਗਾ ਮਾਲਕ। ਤੇ ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠਲ ਐਸਾ। ਤੇ ਜਿਵੇਂ ਸਾਫ਼ ਪਾਣੀ ਦੇ ਅੰਦਰ ਆਪਣਾ ਮੁਖ ਦਿਖਾਈ ਦਿੰਦਾ, ਇਸੇ ਤਰ੍ਹਾਂ ਜਦੋਂ ਕਿ ਇਨਸਾਨ ਮਿਹਨਤ ਕਰਦਾ, ਗੁਰਮੰਤਰ ਦਾ ਅਭਿਆਸ ਨੇਤਰ ਬੰਦ ਕਰਕੇ, ਇੱਕ ਸਮਾਂ ਐਸਾ ਹੁੰਦਾ ਜਦੋਂ ਸਾਡੇ ਅੰਦਰ ਮਾਲਕ ਦਾ ਪ੍ਰਕਾਸ਼ ਹੁੰਦਾ, ਪਹਿਲਾਂ ਸਾਨੂੰ ਆਪਣਾ ਮੁਖ ਹੀ ਦਿਖਾਈ ਦਿੰਦਾ, ਜਿਵੇਂ ਆਪਾਂ ਸ਼ੀਸ਼ੇ ਦੇ ਅੰਦਰ ਵੇਖਦੇ ਹਾਂ। ਇਹ ਜਿਉਂ-ਜਿਉਂ ਆਪਾਂ ਮਿਹਨਤ ਕਰਦੇ ਚੱਲਦੇ, ਤਿਉਂ-ਤਿਉਂ ਮਹਾਰਾਜ ਦੀ ਕਿਰਪਾ ਹੁੰਦੀ ਜਾਂਦੀ, ਤੇ ਫਿਰ ਬਾਹਰ ਵੀ ਆ ਜਿਹੜਾ ਖਾਲੀ ਖਲਾ ਦੇ ਅੰਦਰ ਉਹ ਸਮ ਹੋ ਜਾਂਦੇ ਆ ਨੇਤਰ, ਤੇ ਇੱਥੇ ਵੀ ਸ਼ੀਸ਼ੇ ਵਾਂਗ ਸਾਨੂੰ ਉਸ ਮਾਲਕ ਦਾ ਜਿਹੜਾ ਨਿਰੰਕਾਰ ਰੂਪ ਹੈ ਦਿਸਣਾ ਸ਼ੁਰੂ ਹੁੰਦਾ। ਹੁਣ ਪਾਤਸ਼ਾਹ ਸਮਝਾ ਰਹੇ ਆ, ਗੌਨ ਗਗਨ ਜਬ ਤਬੇ ਨਾ ਹੋਤੋ, ਤੇਰ ਭਗਣ ਜੋਤ ਆਪੇ ਨਿਰੰਕਾਰ। ਇਹ ਸਿੱਧੋ ਤੁਸੀਂ ਤਾਂ ਦੇਹ ਦੀ ਗੱਲ ਕਰਦੇ ਹੋ, ਜਦੋਂ ਇੱਥੇ ਧਰਤੀ ਨਹੀਂ ਸੀ, ਆਕਾਸ਼ ਨਹੀਂ ਸੀ, ਪਤਾਲ ਨਹੀਂ ਸੀ, ਉਦੋਂ ਉਹ ਨਿਰੰਕਾਰ ਆਪੇ ਹੀ ਸਾਰੀ ਜਗ੍ਹਾ ਸਮਾਇਆ ਹੋਇਆ ਸੀ। ਅੱਗੇ ਸਮਝਾ ਰਹੇ ਆ, ਕਹਿੰਦੇ ਵਰਨ ਭੇਖ ਅਸਰੂਪ ਨਾ ਸੋ ਏਕੋ, ਏਕੋ ਸ਼ਬਦ ਵਡਾਣੀ। ਜਦੋਂ ਇੱਥੇ ਕੋਈ ਵਰਨ ਹੀ ਨਹੀਂ ਸੀ, ਕੋਈ ਭੇਖ ਹੀ ਨਹੀਂ ਸੀ, ਕੋਈ ਹੈ ਹੀ ਨਹੀਂ ਸੀ, ਕਹਿਣ ਦਾ ਮਤਲਬ ਉਹ ਇਕੱਲਾ ਮਾਲਕ ਹੀ ਸੀ। ਉਹ ਸ਼ਬਦ ਬ੍ਰਹਮ ਆਪਦੇ ਵਿੱਚ ਹੀ ਸਮਾਇਆ ਬੈਠਾ ਸੀ, ਜਿਹਨੂੰ ਆਪਾਂ ਪੜ੍ਹਦੇ ਹਾਂ ਗੁਰਬਾਣੀ ਚ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਕਿਉਂਕਿ ਪ੍ਰਮਾਤਮਾ ਦੇ ਦੋ ਹੀ ਰੂਪ ਨੇ, ਤੀਸਰਾ ਕੋਈ ਰੂਪ ਨਹੀਂ। ਇੱਕ ਨੂੰ ਨਿਰਗੁਣ ਕਹਿੰਦੇ ਨੇ ਜੋ ਆਕਾਰ ਤੋਂ ਰਹਿਤ, ਦੂਸਰੇ ਨੂੰ ਸਰਗੁਣ ਕਹਿੰਦੇ ਨੇ ਜੋ ਆਕਾਰ ਦੇ ਅੰਦਰ ਆਪਾਂ ਸੰਸਾਰ ਵੇਖ ਰਹੇ ਹਾਂ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਉਹ ਅਸ਼ਟਪਦੀ ਦੇ ਅੰਦਰ ਬੜਾ ਫਿਰ ਖੋਲ ਕੇ ਸਮਝਾਇਆ ਹੋਇਆ, ਜਦੋਂ ਆਪਾਂ ਧਿਆਨ ਨਾਲ ਪੜਾਂਗੇ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਉਹਨਾਂ ਨੇ ਫਿਰ ਬੇਨਤੀ ਕੀਤੀ, ਕਹਿੰਦੇ ਜੀ ਜਿਹੜੇ ਉਹ ਮਾਲਕ ਦੇ ਵਿੱਚ ਰਚੇ ਜਾਂਦੇ ਆ, ਉਹਨਾਂ ਨੂੰ ਕੀ ਫਲ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਗੁਰੂ ਨਾਨਕ ਸਾਹਿਬ ਸਮਝਾ ਰਹੇ ਆ, ਕਹਿੰਦੇ ਸਾਚ ਬਿਨਾ ਸੂਚਾ ਕੋ ਨਾਹੀ। ਜਿੰਨਾ ਚਿਰ ਇਨਸਾਨ ਉਸ ਸੱਚੇ ਪ੍ਰਮਾਤਮਾ ਨੂੰ ਜਪਦਾ ਨਹੀਂ, ਉਨਾ ਚਿਰ ਇਹ ਸੁੱਚਾ ਨਹੀਂ ਹੋ ਸਕਦਾ। ਇੱਕ ਤਾਂ ਬਾਹਰਲੀ ਸੁੱਚਮ ਇਸ਼ਨਾਨ ਕਰਕੇ ਰੱਖੀ ਜਾਂਦੀ ਆ, ਜਾਂ ਬਹੁਤ ਸਾਰੇ ਹੋਰ ਯਤਨ ਕੀਤੇ ਜਾਂਦੇ ਆ, ਸਰੀਰ ਨੂੰ ਸਾਧਿਆ ਜਾਂਦਾ। ਪਰ ਪਾਤਸ਼ਾਹ ਗੁਰਬਾਣੀ ਅੰਦਰ ਆਪਾਂ ਨੂੰ ਸਮਝਾ ਰਿਹਾ, ਕਹਿੰਦੇ ਸੋਚੇ ਇਹ ਨਾ ਆਖੀਐ,
ਬਹਿਣ ਜੋ ਪਿੰਡਾ ਧੋਏ, ਸੋਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਸੁਚਮ ਕੱਲੀ ਇਹੀ ਨਹੀਂ ਹੈ ਕਿ ਵਾਰ-ਵਾਰ ਆਪਾਂ ਇਸ਼ਨਾਨ ਕਰ ਲਿਆ। ਜਿਵੇਂ ਅੱਜ ਬਹੁਤ ਸਾਰੇ ਜੀਵ ਵਿਚਾਰੇ ਇਸੇ ਗੱਲ 'ਚ ਹੀ ਉਲਝ ਜਾਂਦੇ ਆ, ਦਿਹਾੜੀ 'ਚ 5-5 7-7 ਵਾਰ ਇਸ਼ਨਾਨ ਕਰਦੇ ਆ। ਤੇ ਵਿਚਾਰਾ ਇੱਕ ਗ੍ਰਸਤੀ ਬੰਦਾ ਜਿਹਨੇ ਕਿਰਤ ਕਰਨੀ ਆ, ਇੰਨੀਆਂ ਗੱਲਾਂ ਉਹਦੇ ਲਈ ਮੁਸ਼ਕਲ ਹੋ ਜਾਂਦੀਆਂ। ਤੇ ਮਹਾਰਾਜ ਨੇ ਇੱਕ ਸ਼ਬਦ ਆ ਗੁਰਬਾਣੀ ਦੇ ਅੰਦਰ, ਜਿਹਦੇ ਅੰਦਰ ਸਾਰਾ ਕੁਝ ਹੀ ਝੂਠਾ ਦੱਸਦਾ ਵੀ ਇੱਥੇ ਸੁੱਚਾ ਕੁਝ ਹੈ ਹੀ ਨਹੀਂ। ਇੱਥੋਂ ਤੱਕ ਸਾਡੀ ਆ ਜਿਹੜੀ ਰਸਨਾ ਜਿਹਦੇ ਨਾਲ ਅਸੀਂ ਨਾਮ ਜਪਣਾ ਹੁੰਦਾ, ਇਹ ਵੀ ਝੂਠੀ ਰਹਿੰਦੀ ਹੈ, ਮੂੰਹ ਦੇ ਅੰਦਰ ਰਹਿੰਦੀ ਆ, ਤੇ ਬਾਕੀ ਅਸੀਂ ਸੱਚੇ ਕਿੱਥੋਂ ਹੋ ਜਾਵਾਂਗੇ। ਪਾਤਸ਼ਾਹ ਨੇ ਫਿਰ ਸਮਝਾਇਆ, ਕਹਿੰਦੇ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਜਦੋਂ ਤੁਸੀਂ ਉਸ ਪ੍ਰਭੂ ਦੇ ਨਾਮ ਨੂੰ ਜਪੋਗੇ ਤੁਹਾਡੀ ਰਸਨਾ ਸੁੱਚੀ ਹੋ ਜਾਊਗੀ। ਕੱਲੇ ਆ ਪਿੰਡਾ ਧੋਣ ਦੇ ਨਾਲ ਨਹੀਂ, ਸੂਚੇ ਇਹ ਨਾ ਆਖੀਐ ਬਹਿਣ ਜੋ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਅੱਜ ਬੜਾ ਭਰਮ ਆ ਸੰਸਾਰ ਦੇ ਅੰਦਰ, ਤੇ ਕੱਪੜਿਆਂ ਦੇ ਨਾਲ ਭਾਂਡੇ ਫੜ ਕੇ ਪੀਤਾ ਜਾਂਦਾ ਜਲ ਪਾਣੀ, ਜਾਂ ਹੋਰ ਬਹੁਤ ਤਰ੍ਹਾਂ ਦਾ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਕਰ ਰਹੇ ਆ। ਪਰ ਜਦੋਂ ਗਹਿਰਾਈ 'ਚ ਜਾਂਦੇ ਆ, ਪਾਤਸ਼ਾਹ ਨੇ ਸਮਝਾਤਾ ਜਿੰਨਾ ਮਰਜ਼ੀ ਪਖੰਡ ਕਰੀ ਚੱਲੋ, ਬਾਹਰੀ ਕਰਮ ਕਰੀ ਚੱਲੋ, ਸਰੀਰ ਨੂੰ ਸੁੱਚਾ ਕਰ ਲਓਗੇ ਪਰ ਮਨ ਨਹੀਂ ਤੁਹਾਡਾ ਸੁੱਚਾ ਹੋਵੇਗਾ। ਜਿੰਨਾ ਚਿਰ ਮਨ ਨਿਰਮਲ ਨਹੀਂ ਹੁੰਦਾ, ਨਿਰਮਲ ਪਰਮਾਤਮਾ 'ਚ ਸਮਾ ਨਹੀਂ ਸਕਦਾ। ਤਾਂ ਸੁੱਚਾ ਕਿਵੇਂ ਹੋਵੇ? ਪਾਤਸ਼ਾਹ ਕਹਿੰਦੇ ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਜਿੰਨਾ ਚਿਰ ਉਸ ਅਕਥ ਕਥਨ ਤੋਂ ਰਹਿਤ ਜੋ ਪ੍ਰਮਾਤਮਾ ਹੈ, ਉਹਦੀ ਕਹਾਣੀ ਨਹੀਂ ਜੀਵ ਕਰਦਾ, ਉਹਦੀ ਵਡਿਆਈ ਨਹੀਂ ਕਰਦਾ, ਉਹਦਾ ਨਾਮ ਨਹੀਂ ਜਪਦਾ, ਸੁੱਚਾ ਨਹੀਂ ਹੋ ਸਕੇਗਾ। ਫਲ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਫਿਰ ਨਿਰਮਲ ਹੋ ਜਾਂਦੇ ਆ ਜੀਵ, ਉਹਦੇ ਨਾਮ ਦੇ ਅੰਦਰ ਰਤੇ ਜਾਂਦੇ ਆ। ਫਲ ਕੀ? ਉਹ ਕਹਿੰਦੇ ਉਹਦਾ ਰੂਪ ਹੀ ਹੋ ਜਾਂਦੇ ਆ। ਹਰ ਕਾ ਸੇਵਕ ਹਰ ਹੀ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਪਾਤਸ਼ਾਹ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਇਹ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਪ੍ਰਸ਼ਨ ਕੀਤੇ ਆ, ਉੱਤਰ ਦਿੱਤੇ। ਅੱਗੇ ਇੱਕ ਸਿੱਧ ਨੇ ਹੋਰ 2 ਪ੍ਰਸ਼ਨ ਕੀਤੇ ਜੋ ਆਖਰੀ ਆ। ਇਦੋਂ ਬਾਅਦ ਸਿੱਧਾਂ ਨੇ ਫਿਰ ਕੋਈ ਪ੍ਰਸ਼ਨ ਨਹੀਂ ਕੀਤਾ। ਉਹ ਕਹਿੰਦੇ ਜੀ ਕਿਰਪਾ ਕਰਕੇ ਸਮਝਾਓ, ਕਿਤ ਕਿਤ ਬਿਰਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਕਹਿੰਦੇ ਜੀ ਇੱਕ ਤਾਂ ਸਾਨੂੰ ਇਹ ਦੱਸ ਦਿਓ ਕਿ ਆ ਸੰਸਾਰ ਦੇ ਅੰਦਰ ਕਿਵੇਂ ਜਿਹੜਾ ਸੰਸਾਰ ਆ ਇਹ ਉਪਜਦਾ, ਕਿਵੇਂ ਜੀਵ ਜੰਮਦਾ ਔਰ ਮਰਦਾ ਰਹਿੰਦਾ ਹਰ ਰੋਜ਼, ਤੇ ਕਿਹੜੀ ਵਿਧੀ ਆ ਜਿਹਦੇ ਨਾਲ ਸਾਡਾ ਦੁੱਖਾਂ ਤੋਂ ਛੁਟਕਾਰਾ ਹੋ ਜੇ, ਜੋ ਆਪਾਂ ਵੀ ਸਾਰੇ ਚਾਹੁੰਦੇ ਆ। ਤੇ ਸਿੱਧਾਂ ਦੇ ਵੀ ਆਖਰੀ ਪ੍ਰਸ਼ਨ ਸੀ 2। ਇਦੋਂ ਬਾਅਦ ਉਹਨਾਂ ਤੋਂ ਪ੍ਰਸ਼ਨ ਕਰਨ ਦਾ ਉਹਨਾਂ 'ਚ ਕੋਈ ਗੁੰਜਾਇਸ਼ ਨਹੀਂ ਰਹੀ। ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਹਉਮੈ ਵਿੱਚ ਜਗ ਉਪਜੈ ਪੁਰਖਾ। ਕਹਿੰਦੇ ਇਨਸਾਨ ਹਉਮੈ ਦੇ ਅੰਦਰ ਹੀ, ਜਿੰਨੀਆਂ ਸਾਡੇ ਅੰਦਰ ਬੁਰਾਈਆਂ ਪੈਦਾ ਹੁੰਦੀਆਂ ਸਾਰੀਆਂ ਹਉਮੈ ਤੋਂ ਪੈਦਾ ਹੁੰਦੀਆਂ। ਕਿਉਂ? ਜਦੋਂ ਬੰਦਾ ਹਉਮੈ ਦੇ ਅੰਦਰ, ਉਹ ਸੰਸਾਰ ਦਾ ਡਰ ਵੀ ਚੱਕ ਦਿੰਦਾ ਤੇ ਪ੍ਰਮਾਤਮਾ ਦਾ ਡਰ ਵੀ ਚੱਕ ਦਿੰਦਾ। ਇੰਨਾ ਹੰਕਾਰੀ ਹੋ ਜਾਂਦਾ ਕਿ ਉਹ ਫਿਰ ਬਹੁਤ ਸਾਰੀਆਂ ਬੁਰਾਈਆਂ ਜਨਮ ਲੈਂਦੀਆਂ ਹਉਮੈ ਦੇ ਅੰਦਰ ਆ ਕੇ ਇਨਸਾਨ ਦੇ ਅੰਦਰ। ਪਾਤਸ਼ਾਹ ਸਮਝਾ ਰਹੇ ਹਨ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਹੋਇਆ। ਸਾਰਿਆਂ ਤੋਂ ਵੱਡਾ ਕਾਰਨ ਆ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਨਸਾਨ ਦੀ ਹਉਮੈ। ਇਹਦੇ 'ਚ ਹੀ ਇਹ ਜੰਮਦਾ ਮਰਦਾ ਰਹਿੰਦਾ। ਤੇ ਜਦੋਂ ਹਉਮੈ ਦਾ ਰੋਗ ਵੱਡਾ ਹੁੰਦਾ ਤੇ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ। ਜਿਉਂ ਹੀ ਵਾਹਿਗੁਰੂ ਦੇ ਨਾਮ ਨੂੰ ਭੁੱਲਦਾ, ਨਾਮ ਵਿਸਰਿਆ ਦੁੱਖ ਪਾਈ। ਕਹਿੰਦੇ ਬਸ ਵਾਹਿਗੁਰੂ ਨੂੰ ਪ੍ਰਮਾਤਮਾ ਨੂੰ ਭੁੱਲਿਆ ਨਹੀਂ ਤੇ ਇਹਦੀ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਤੇ ਉਹਨਾਂ ਨੇ ਪੁੱਛਿਆ, ਕਹਿੰਦੇ ਮਹਾਰਾਜ ਫਿਰ ਸੁੱਖ ਕਿਵੇਂ ਮਿਲੇ? ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਫਿਰ ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ।
ਕਹਿੰਦੇ ਜਿਹੜੇ ਗੁਰਮੁਖ ਜੀਵ ਨੇ ਉਹ ਤਤ ਦੀ ਵਿਚਾਰ ਕਰਦੇ ਆ। ਇੱਕ ਆ ਦੁਨੀਆ ਦਾ ਗਿਆਨ ਹੁੰਦਾ, ਕਈ ਅੱਜ ਕੱਲ੍ਹ ਊਂ ਬਹੁਤ ਗਿਆਨਾਂ ਤੋਂ ਬਣ ਜਾਂਦੇ ਆ, ਨਾ ਵਿਚਾਰਿਆਂ ਨੇ ਬਾਣੀ ਪੜ੍ਹੀ ਹੁੰਦੀ ਆ, ਨਾ ਬਹੁਤਾ ਗਿਆਨ ਹੁੰਦਾ, ਕਿਉਂਕਿ ਸਾਧਨ ਬਣਿਆ ਹੋਇਆ ਜੋਗਾ ਮੀਡੀਏ ਦਾ, ਜੋ ਕਿਸੇ ਦਾ ਜੀ ਕਰਦਾ ਬੋਲੀ ਜਾਂਦਾ। ਤੇ ਬਹੁਤੇ ਪ੍ਰਚਾਰਕਾਂ ਨੂੰ ਤਾਂ ਅੱਜ ਜਿਹੜੇ ਬਾਹਲੇ ਸਿਆਣੇ ਆ, ਹੋ ਸਕਦਾ ਜਪਜੀ ਸਾਹਿਬ ਦਾ ਪਾਠ ਵੀ ਨਾ ਸ਼ੁੱਧ ਕਰਨਾ ਆਉਂਦਾ ਹੋਵੇ, ਤੇ ਗੱਲਾਂ ਇੰਨੀਆਂ ਵੱਡੀਆਂ ਵੱਡੀਆਂ ਕਰ ਦਿੰਦੇ ਆ, ਚੰਗੇ ਭਲੇ ਇਨਸਾਨਾਂ ਦੀ ਮੱਤ ਘੁਮਾ ਦਿੰਦੇ ਆ। ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਜਿਹੜੇ ਗੁਰਮੁਖ ਜੀਵ ਨੇ ਉਹ ਤਤ ਦੀ ਵਿਚਾਰ ਕਰਦੇ ਆ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ। ਹੁਣ ਸਾਰੇ ਗਿਆਨ ਦਾ ਤੱਤ ਕੀ ਹੈ? ਚਾਹੇ ਸਾਡੇ ਕੋਲੇ ਦੁਨੀਆ ਦਾ ਗਿਆਨ, ਚਾਹੇ ਸਾਡੇ ਕੋਲੇ ਧਰਮ ਦਾ ਗਿਆਨ, ਤੱਤ ਕੀ ਆ? ਤੱਤ ਇੱਕੋ ਹੀ ਕਿ ਸਾਰੀ ਸ੍ਰਿਸ਼ਟੀ ਦਾ ਮੂਲ ਕੌਣ ਆ? ਜੇ ਤਾਂ ਇਹ ਤੱਤ ਦਾ ਪਤਾ ਤਾਂ ਗਿਆਨੀ, ਤੇ ਨਹੀਂ ਮਹਾਰਾਜ ਕਹਿੰਦੇ ਉਹਨੂੰ ਸਮਝ ਲਓ ਕੋਈ ਭੇਦ ਹੀ ਨਹੀਂ ਹੈ। ਇੱਕ ਜਗ੍ਹਾ ਤਾਂ ਪਾਤਸ਼ਾਹ ਨੇ ਇੰਨਾ ਆਪਾਂ ਨੂੰ ਨੇੜੇ ਕਰਕੇ ਸਮਝਾਤਾ, ਕਹਿੰਦੇ ਆ ਦੁਨੀਆ 'ਚ ਗਿਆਨੀ ਕਹਾਉਣ ਵਾਲੇ ਲੋਕੋ, ਕਿਉਂਕਿ ਅੱਜ ਇੱਕ ਦੂ ਇੱਕ ਸਿਆਣਾ, ਜਿਹਦੇ ਨਾਲ ਤੁਸੀਂ ਮਰਜ਼ੀ ਵਿਚਾਰ ਕਰੋ, ਤੁਹਾਨੂੰ ਗੱਲ ਨਹੀਂ ਕਰਨ ਦੇਵੇਗਾ ਮੂਹਰਿਓ ਵੀ ਸਾਡੇ ਕੋਲੇ ਇੰਨਾ ਗਿਆਨ। ਮਹਾਰਾਜ ਕਹਿੰਦੇ ਹੁਣ ਤੱਤ ਦਾ ਗਿਆਨ ਕੀ ਹੈ? ਕਹਿੰਦੇ ਜੇ ਇੰਨਾ ਹੀ ਸਮਝ ਲਓ ਤੁਸੀਂ ਕਿ ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚੌਪਲ ਚੱਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦਵਾਰ, ਬੁੱਝਰੇ ਗਿਆਨੀ ਇਹ ਵਿਚਾਰ। ਸਾਨੂੰ ਇੱਕ ਬੁਝਾਰਤ ਪਾਈ ਗਈ, ਜਿਵੇਂ ਪਹਿਲੇ ਸਮਿਆਂ 'ਚ ਬੁਝਾਰਤ ਪਾਉਂਦੇ ਹੁੰਦੇ ਬੈਠ ਕੇ ਵੀ ਬੁੱਝੋ। ਮਹਾਰਾਜ ਜੀ ਕਹਿੰਦੇ ਆ ਗਿਆਨਵਾਨ ਕਹਾਉਣ ਵਾਲੇ ਲੋਕੋ, ਇਹ ਬੁਝਾਰਤ ਬੁੱਝੋ। ਬੁਝਾਰਤ ਪਾਈ ਆਪਾਂ ਨੂੰ ਕਿ ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦਵਾਰ, ਬੁੱਝਰੇ ਗਿਆਨੀ ਇਹ ਵਿਚਾਰ। ਕਿ ਆ ਜਿਹੜਾ ਤੇਰੀ ਸਰੀਰ ਆ, ਪੌਣ ਪਾਣੀ ਅਗਨ ਦੇ ਨਾਲ ਇਹ ਚੱਲ ਰਿਹਾ। 3 ਮੇਨ ਤੱਤ ਨੇ ਜਿਨ੍ਹਾਂ ਨਾਲ ਸਾਡਾ ਸਰੀਰ ਚੱਲ ਰਿਹਾ। ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ। ਇਹਦੇ ਅੰਦਰ ਸਾਡਾ ਮਨ ਚੰਚਲ ਆ, ਇਹ ਖੇਡ ਰਿਹਾ। 9 ਦਰਵਾਜੇ 10ਵਾਂ ਦਵਾਰ, ਤੁਹਾਡੇ ਸਰੀਰ ਦੇ 10 ਦਰਵਾਜੇ ਨੇ। 10 ਦਰਬਾਰਾਂ ਦਾ ਸਰੀਰ ਆ, ਇਹਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪੌਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਕਹਿੰਦੇ 9 ਦਰਵਾਜੇ 10ਵਾਂ ਦਵਾਰ, ਬੁੱਝਰੇ ਗਿਆਨੀ ਇਹ ਵਿਚਾਰ। ਕਹਿੰਦੇ ਬੁੱਝ, ਇਹ ਕਿਵੇਂ ਤੇਰਾ ਸਰੀਰ ਬਣਿਆ, ਕਿਵੇਂ ਇਹ ਤੇਰਾ ਸਰੀਰ ਚੱਲ ਰਿਹਾ। ਜੇ ਤੂੰ ਇਹ ਬੁੱਝ ਲਵੇਂ ਤਾਂ ਗਿਆਨੀ ਆ। ਇਦੋਂ ਅੱਗੇ ਫਿਰ ਇੱਕ ਹੋਰ ਸਵਾਲ ਪਾਤਸ਼ਾਹ ਨੇ ਪਾਤਾ, ਕਹਿੰਦੇ ਕਥਤਾ ਬਖਤਾ ਸੁਣਤਾ ਸੋਏ, ਆਪ ਵਿਚਾਰੇ ਸੋ ਗਿਆਨੀ ਹੋਏ। ਕਹਿੰਦੇ ਇਹਦੇ ਅੰਦਰ ਫਿਰ ਬੋਲ ਕੌਣ ਰਿਹਾ, ਸੁਣ ਕੌਣ ਰਿਹਾ, ਬਖਤਾ ਕੌਣ ਆ। ਜੇ ਤੂੰ ਆਪਦੇ ਆਪ ਦੀ ਵਿਚਾਰ ਕਰ ਲਈ ਤਾਂ ਤੂੰ ਗਿਆਨੀ, ਨਹੀਂ ਤੂੰ ਅਗਿਆਨੀ। ਕਥਤਾ ਬਖਤਾ ਸੁਣਤਾ ਸੋਏ, ਆਪ ਵਿਚਾਰੇ ਸੋ ਗਿਆਨੀ ਹੋਏ। ਜਿਹਨੇ ਆਪਣੇ ਆਪ ਦੀ ਪਛਾਣ ਕਰ ਲਈ, ਇਹਨੂੰ ਕਹਿੰਦੇ ਨੇ ਤੱਤ ਦੀ ਵਿਚਾਰ। ਹੁਣ ਅਸੀਂ ਆਪਦੇ ਆਪ ਨੂੰ ਇੱਕ ਸਰੀਰ ਸਮਝੀ ਬੈਠੇ ਆ, ਇਸੇ ਕਰਕੇ ਸਰੀਰ ਦੀ ਸਫਾਈ ਦਾ ਧਿਆਨ, ਸਰੀਰ ਦੇ ਪਹਿਰਾਵੇ ਦਾ ਧਿਆਨ, ਸਰੀਰ ਦੀ ਖੁਰਾਕ ਦਾ ਧਿਆਨ। ਹਾਲਾਂਕਿ ਸਰੀਰ ਆਪਾਂ ਨਹੀਂ, ਆਪਾਂ ਉਹ ਵਸਤੂ ਹਾਂ ਜਿਹੜੀ ਇਹ ਸਰੀਰ ਨੂੰ ਲੈ ਕੇ ਚੱਲ ਰਹੀ ਹੈ, ਜਿਹਨੂੰ ਮਨ ਕਹਿੰਦੇ ਨੇ, ਸੁਰਤੀ ਕਹਿੰਦੇ ਨੇ, ਉਸ ਪ੍ਰਭੂ ਦੀ ਅੰਸ਼ ਕਹਿੰਦੇ ਨੇ। ਜੇ ਸਾਨੂੰ ਆਪਣੇ ਆਪ ਦੀ ਪਛਾਣ ਨਹੀਂ ਤਾਂ ਅਸੀਂ ਕੋਈ ਵੱਡੇ ਗਿਆਨੀ ਨਹੀਂ। ਇਹ ਹੈ ਤੱਤ ਦੀ ਵਿਚਾਰ। ਆਪਣੇ ਆਪ ਦੀ ਪਛਾਣ ਕਰਨੀ ਤੇ ਆਪਣੇ ਮੂਲ ਦੀ ਪਛਾਣ ਕਰਨੀ। ਮੂਲ ਆਪਣਾ ਸਾਰਿਆਂ ਦਾ ਇੱਕੋ ਹੀ ਆ,
मन तो जोत स्वरूप है अपना मूल पछाण। ऐ मन हर जी तेरे नाल है गुरमती हर रंग माण। पातशाह कहंदे तेरा मूल हरि भी हर समय तेरे नाल आ। गुरु दी मत ले के ओदे रंग च रहा कर। जे परमात्मा दा रंग लग गया तां तू सुखी आ। जे ये संसार दे रंगां दे अंदर चलिया गया ਤਾਂ ਇੱਥੇ ਹਰ ਸਮੇਂ ਕੋਈ ਨਾ ਕੋਈ ਦੁੱਖ ਤੇਰੇ ਜੀਵਨ ਦੇ ਅੰਦਰ ਖੜਾ ਰਹੇਗਾ। ਕਿਉਂਕਿ ਸੰਸਾਰ ਦੇ ਨਾਲ ਜੁੜ ਕੇ ਅਸੀਂ ਪ੍ਰਭੂ ਨੂੰ ਭੁੱਲਦੇ ਹਾਂ। ਜਿਉਂ ਹੀ ਭੁੱਲਦੇ ਹਾਂ ਤਾਂ ਦੁੱਖਾਂ ਦੀ ਕਹਾਣੀ ਸ਼ੁਰੂ ਹੁੰਦੀ ਆ। ਮਹਾਰਾਜ ਕਹਿੰਦੇ ਨਾਏ ਵਿਸਰਿਆ ਦੁੱਖ ਪਾਈ। ਅੱਗੇ ਹੁਣ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ। ਉਹ ਕਹਿੰਦੇ ਜੀ ਫਿਰ ਕੀ ਕੀਤਾ ਜਾਵੇ, ਕਿਉਂਕਿ ਜਦੋਂ ਸਿੱਧਾਂ ਦੀ ਅਖੀਰਲੀ ਜਿਹੜਾ ਉਹਨਾਂ ਦਾ ਗਿਆਨ ਸੀ ਇਹ ਵੀ ਖਤਮ ਹੋ ਗਿਆ। ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਫਿਰ ਆ ਗਿਆਨ ਤਤ ਕਿਵੇਂ ਪ੍ਰਾਪਤ ਕੀਤਾ ਜਾਵੇ, ਸਾਨੂੰ ਕਿਵੇਂ ਭੇਦ ਆਵੇ। ਪਾਤਸ਼ਾਹ ਕਹਿੰਦੇ ਹਉਮੈ ਸ਼ਬਦ ਜਲਾਏ। ਆ ਜਿਹੜੀ ਤੁਹਾਡੇ ਅੰਦਰ ਹਉਮੈ ਆ ਨਾ, ਇਹ ਪ੍ਰਮਾਤਮਾ ਦੇ ਗੁਰੂ ਦੇ ਸ਼ਬਦ ਦੁਆਰਾ ਖਤਮ ਕਰੋ ਇਹਨੂੰ। ਕਿਉਂਕਿ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਹਉਮੈ ਸੀ। ਇੱਥੋਂ ਤੱਕ ਸ਼ਕਤੀ ਰੱਖਦੇ ਉਹ ਆਪਣੇ ਸਮੇਤ ਸਰੀਰ ਉੱਡ ਜਾਂਦੇ, ਸਿੱਧ ਨਾ ਹੋਏ ਉੱਡ ਨਾ ਜਾਏ। ਕਿਉਂਕਿ ਜਿਹੜੇ ਉੱਡ ਨਹੀਂ ਸੀ ਸਕਦੇ ਉਹਨਾਂ ਨੂੰ ਸਿੱਧ ਨਹੀਂ ਸੀ ਮੰਨਿਆ ਜਾਂਦਾ। ਬੜੀ ਉਹ ਮਿਹਨਤ ਕਰਦੇ ਹੁੰਦੇ। ਪਾਤਸ਼ਾਹ ਕਹਿੰਦੇ ਪਹਿਲਾਂ ਇਹ ਆਪਦਾ ਹੰਕਾਰ ਖਤਮ ਕਰੋ। ਤੁਸੀਂ ਤਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਆ ਪਰਜਾ ਨੂੰ ਤੰਗ ਕਰ ਰਹੇ ਹੋ। ਕਿਉਂਕਿ ਇੱਕ ਪ੍ਰਮਾਤਮਾ ਦਾ ਭਜਨ ਬੰਦਗੀ ਕੀਤੀ ਜਾਂਦੀ ਆ ਆ ਮਨੁੱਖਤਾ ਨੂੰ ਸੁੱਖ ਦੇਣ ਵਾਸਤੇ, ਸਰਬੱਤ ਦੇ ਭਲੇ ਵਾਸਤੇ। ਕਈ ਲੋਕ ਇਸ ਕਰਕੇ ਕਰਦੇ ਕਿ ਅਸੀਂ ਦੁਨੀਆ ਨੂੰ ਡਰਾ ਕੇ ਪਦਾਰਥ ਇਕੱਠੇ ਕਰੀਏ ਤੇ ਲੋਕ ਸਾਤੋਂ ਡਰਦੇ ਰਹਿਣ। ਜ਼ਿਆਦਾਤਰ ਤਾਂ ਇੱਥੇ ਹੀ ਖੜੀ ਆ ਗੱਲ, ਆਪਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਨਾ। ਪਰ ਪਾਤਸ਼ਾਹ ਨੇ ਸਾਨੂੰ ਇਹ ਵੀ ਗੁਰਬਾਣੀ ਦੇ ਅੰਦਰ ਸਮਝਾਤਾ, ਜਿਹੜਾ ਸਾਡੇ ਮਨਾਂ ਦੇ ਅਜੇ ਡਰ ਬੈਠਾ ਹੋਇਆ ਕਿ ਸਾਨੂੰ ਕੋਈ ਸਰਾਪ ਨਾ ਦੇ ਦੇਵੇ, ਬਿਲਕੁਲ ਨਹੀਂ ਡਰਨ ਦੀ ਲੋੜ ਕਿਸੇ ਤੋਂ। ਕਿਉਂਕਿ ਗੁਰੂ ਨਾਨਕ ਦੇ ਘਰ ਨੇ ਸਾਨੂੰ ਭੇਦ ਦਿੱਤਾ, ਜਿਹੜੇ ਪ੍ਰਭੂ ਦੇ ਨਾਲ ਅਭੇਦ ਹੋਏ ਜੀਵ ਆ ਉਹ ਕਿਸੇ ਨੂੰ ਸਰਾਪ ਦਿੰਦੇ ਨਹੀਂ। ਕਿਉਂਕਿ ਉਹ ਤਾਂ ਉਹਦਾ ਰੂਪ ਹੋ ਜਾਂਦੇ ਆ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ। ਤੇ ਜਿਹੜੇ ਆ ਪਖੰਡੀ ਸਾਨੂੰ ਡਰਾ ਰਹੇ ਆ, ਇਹਨਾਂ ਤੋਂ ਡਰਨ ਦੀ ਬਿਲਕੁਲ ਲੋੜ ਨਹੀਂ। ਅੱਜ ਬਹੁਤ ਸਾਰੇ ਲੋਕ ਡਰ ਜਾਂਦੇ ਆ। ਉਹ ਕਹਿੰਦੇ ਜੀ ਤੁਹਾਡਾ ਅਸੀਂ ਨੁਕਸਾਨ ਕਰ ਦਿਆਂਗੇ, ਸਾਨੂੰ ਆਏਂ ਕਰ ਦਿਆਂਗੇ। ਕਿਸੇ ਤੋਂ ਕੁਝ ਵੀ ਲੋੜ ਨਹੀਂ ਡਰਨ ਦੀ। ਸਰਾਪ ਲੱਗਦਾ ਹੀ ਨਹੀਂ ਕਲਯੁਗ ਦੇ ਸਮੇਂ ਦੇ ਅੰਦਰ। ਪਰ ਲੋੜ ਆ ਸਾਡੇ ਮਨ ਨੂੰ, ਡਰੇ ਹੋਏ ਮਨ ਨੂੰ ਕਿਸੇ ਸ਼ਕਤੀ ਦੀ ਲੋੜ ਆ, ਕਿਸੇ ਤਾਕਤ ਦੀ ਲੋੜ ਆ। ਉਹ ਹੈ ਸਤਿਗੁਰ ਦੀ ਬਾਣੀ ਦਾ ਗਿਆਨ ਲੈ ਕੇ ਪਰਮਾਤਮਾ ਦੇ ਨਾਮ ਦਾ ਆਸਰਾ ਲੈਣਾ। ਜਦੋਂ ਇਹ ਆਸਰਾ ਨਹੀਂ, ਫੇਰ ਸਾਨੂੰ ਜਿਹੜਾ ਮਰਜ਼ੀ ਡਰਾਈ ਜਾਵੇ। ਅੱਜ ਡਰਦਾ ਕਾਰਨ ਹੀ ਆ ਨਾ, ਵਿਚਾਰੇ ਇੰਨੇ ਲੋਕ ਡਰੇ ਹੋਏ ਆ, ਭੱਜੇ ਫਿਰਦੇ ਆ, ਥਾਂ ਥਾਂ ਤੇ ਲੁਟੇਰੇ ਲੋਕ ਬੈਠੇ ਆ, ਜਿਹੜੇ ਸਾਡੀ ਆਰਥਿਕ ਮਸਾਂ ਸਾਡਾ ਟਾਈਮ ਪਾਸ ਹੁੰਦਾ ਕਿਰਤ ਕਰਨ ਵਾਲੇ ਲੋਕਾਂ ਦਾ, ਉੱਥੇ ਜਾ ਕੇ ਅਸੀਂ ਬਹੁਤ ਵੱਡੇ ਵੱਡੇ ਧਨ ਉਹਨਾਂ ਨੂੰ ਦਿੰਦੇ ਆ ਡਰਦੇ। ਕਿਉਂਕਿ ਡਰਾਇਆ ਜਾਂਦਾ, ਜੇ ਆ ਨਾ ਕੀਤਾ ਤਾਂ ਤੁਹਾਡੇ ਇਹ ਹੋ ਜਾਊਗਾ। ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ ਕਿ ਤਤ ਦੀ ਵਿਚਾਰ ਨਾਲ ਜੁੜੋ। ਪਰਮਾਤਮਾ ਦੇ ਹੁਕਮ ਤੋਂ ਬਿਨਾਂ ਤੁਹਾਡਾ ਕੋਈ ਸਿਰ ਵੀ ਨਹੀਂ ਦੁਖਣ ਲਾ ਸਕਦਾ, ਜੇ ਸਾਨੂੰ ਭਰੋਸਾ ਹੋਵੇ। ਭਾਈ ਮਤ ਕੋਈ ਜਾਣੋ ਕਿਸੇ ਦੇ ਕਿਸ ਹੱਥ ਹੈ, ਸਭ ਕਰੇ ਕਰਾਇਆ। ਜਰਾ ਮਰਾ ਤਾਪ ਸਿਰਤ ਸਾਪ, ਕੋਈ ਲਾਏ ਨਾ ਸਕੇ ਬਿਨ ਹਰ ਕਾ ਲਾਇਆ। ਪਰਮਾਤਮਾ ਤੋਂ ਬਿਨਾਂ ਤੁਹਾਡਾ ਕੋਈ ਸਿਰ ਵੀ ਨਹੀਂ ਦੁਖਣ ਲਾ ਸਕਦਾ, ਤੁਹਾਨੂੰ ਕੋਈ ਬੁਖਾਰ ਵੀ ਨਹੀਂ ਚੜਾ ਸਕਦਾ। ਪਰ ਲੋੜ ਆ ਤਤ ਗਿਆਨ ਦੇ ਵਿਚਾਰ ਦੀ, ਔਰ ਮਨ ਨੂੰ ਪਰਮਾਤਮਾ ਦੇ ਨਾਮ ਦੇ ਆਸਰੇ ਦੀ। ਨਹੀਂ ਤਾਂ ਜੋ ਸੰਸਾਰ 'ਚ ਚੱਲ ਰਿਹਾ ਉਹ ਆਪਾਂ ਵੇਖ ਹੀ ਰਹੇ ਹਾਂ। ਲੁੱਟੇ ਪੁੱਟੇ ਜਾਂਦੇ ਆ ਲੋਕ,
फिर दहाइयां पाउंदे आ, रोंदे करलाउंदे आ ते पल्ले कुछ नहीं रहिंदा। पातशाह समझा रहे आ, होमे शब्द जलाए तन मन निर्मल, निर्मल बाणी साचै रहै समाए। आ सिद्धो ਜਦੋਂ ਤੁਸੀਂ ਮਾਲਿਕ ਦੇ ਸ਼ਬਦ ਨਾਮ ਦੁਆਰਾ ਆਪਣੀ ਹਉਮੈ ਦਾ ਖਾਤਮਾ ਕਰ ਲਓਗੇ, ਤੁਹਾਡਾ ਤਨ ਵੀ ਨਿਰਮਲ, ਤੁਹਾਡਾ ਮਨ ਵੀ ਨਿਰਮਲ ਤੇ ਤੁਹਾਡੀ ਬਾਣੀ ਵੀ ਨਿਰਮਲ ਸਾਚੇ ਰਹਿ ਸਮਾਏ। ਤੁਸੀਂ ਉਸ ਪਰਮਾਤਮਾ ਦੇ ਅੰਦਰ ਅਭੇਦ ਹੋ ਸਕਦੇ ਹੋ। ਨਾਮੇ ਨਾਮ ਰਹੇ ਵਿਰਾਗੀ, ਸਾਚ ਰਾਖਿਆ ਉਰ ਧਾਰ, ਸਾਚ ਰੱਖਿਆ ਉਰ ਧਾਰੇ। ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ, ਦੇਖੋ ਹਿਰਦੈ ਵਿਚਾਰੇ। ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਇੱਕ ਗੱਲ ਦਾ ਖਿਆਲ ਰੱਖਿਓ, ਬਿਨਾਂ ਪਰਮਾਤਮਾ ਦੇ ਨਾਮ ਤੋਂ ਜੋਗ ਉਸ ਪਰਮਾਤਮਾ ਨਾਲ ਜੁੜਿਆ ਨਹੀਂ ਜਾਵੇਗਾ। ਹੋਰ ਜਿੰਨੇ ਮਰਜ਼ੀ ਕਠਿਨ ਸਾਧਨ ਕਰ ਲੋ, ਦੇਖੋ ਹਿਰਦੇ ਵਿਚਾਰੇ। ਆਪਣੇ ਹਿਰਦੇ ਦੇ ਅੰਦਰ ਇਹ ਵਿਚਾਰ ਕੇ ਵੇਖ ਲਓ ਕਿ ਕਿੰਨਾ ਕਿੰਨਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਸਾਧਨ ਕਰਦਿਆਂ ਨੂੰ। ਤੁਸੀਂ ਵਾਹਿਗੁਰੂ 'ਚ ਅਭੇਦ ਨਹੀਂ ਹੋਣਾ ਸਿੱਖਿਆ, ਉਹਦੀ ਕਿਰਪਾ ਦੇ ਪਾਤਰ ਨਹੀਂ ਬਣੇ। ਤੁਸੀਂ ਹੁਣ ਇਹ ਗੱਲਾਂ ਛੱਡ ਕੇ ਨਾਮੇ ਨਾਮ ਰਹੇ ਵਿਰਾਗੀ, ਸਾਚ ਰੱਖਿਆ ਔਰ ਧਾਰੇ। ਆ ਸ਼ਕਤੀਆਂ ਪ੍ਰਾਪਤ ਕਰਨ ਦੀ ਜਗ੍ਹਾ ਉਸ ਮਾਲਿਕ ਦੀ ਪ੍ਰਾਪਤੀ ਲਈ, ਉਹਦੇ ਮਿਲਣ ਲਈ ਵਿਰਾਗੀ ਹੋਵੋ। ਮਨ ਦੇ ਅੰਦਰ ਤੜਫ ਪੈਦਾ ਕਰੋ। ਜਦੋਂ ਤੁਸੀਂ ਵਿਰਾਗੀ ਹੋ ਜਾਓਗੇ, ਮਾਲਿਕ ਦਾ ਨਾਮ ਤੁਹਾਡੇ ਮਨ ਦੇ ਅੰਦਰ ਵਸੇਗਾ। ਫੇਰ ਤੁਸੀਂ ਉਸ ਵਾਹਿਗੁਰੂ ਦਾ ਨਾਮ ਜਪ ਜਪ ਕੇ, ਪਰਮਾਤਮਾ ਦੀ ਸਿਫਤ ਸਲਾਹ ਕਰ ਕਰਕੇ ਉਹਨੂੰ ਆਪਣੇ ਹਿਰਦੇ ਦੇ ਅੰਦਰ ਵਸਾਓਗੇ, ਤਾਂ ਉਸ ਪ੍ਰਭੂ ਦੀ ਖੁਸ਼ੀ ਦੇ ਪਾਤਰ ਬਣੋਗੇ, ਨਹੀਂ ਬਣ ਨਹੀਂ ਸਕੋਗੇ। ਇਸ ਤਰ੍ਹਾਂ ਫਿਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਉਹਨਾਂ ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਕੇ ਤਸੱਲੀ ਕਰਵਾਈ। 3-4 ਪੌੜੀਆਂ ਰਹਿ ਗਈਆਂ। ਅੱਗੇ ਉਹ ਸਿਧਾਂਤ ਦੀਆਂ ਹੀ ਨੇ ਸਿੱਧ ਗੋਸ਼ਟ 'ਚ, ਜੋ ਆਪਣੀ ਸਮੁੱਚੀ ਮਨੁੱਖਤਾ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਇਹਨਾਂ ਦੀ ਆਪਾਂ ਫੇਰ ਕਰ ਲਾਂਗੇ ਕੱਲ੍ਹ ਨੂੰ ਵਿਚਾਰ। ਆਓ ਫਿਰ ਨਾਲ ਦੀ ਨਾਲ ਆਪਣੇ ਮਨ ਨੂੰ ਵੀ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹੇ, ਜਿਹਦੇ ਵਾਸਤੇ ਆਪਾਂ ਗੁਰਮੰਤਰ ਦਾ ਅਭਿਆਸ ਕਰਨਾ ਹੁੰਦਾ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ